ਲਓ ਜੀ, ਹੁਣ ਅੱਗੇ ਵਕੀਲ ਬ੍ਰਿਜ ਮੋਹਨ ਉਹਨਾਂ ਨਾਲ ਗੱਲ ਕਰਦੇ ਹਾਂ। ਬ੍ਰਿਜ ਮੋਹਨ ਉਹਨਾਂ ਦੀ ਜਿਹੜੀ ਫਰਮ ਕੋਸਟ ਟੂ ਕੋਸਟ ਆ, ਹੁਣ ਟੋਰਾਂਟੋ ਤੋਂ ਲੈ ਕੇ ਵੈਨਕੂਵਰ ਤੱਕ ਜਿੱਥੇ ਵੀ ਤੁਸੀਂ ਫੋਨ ਕਰਨਾ ਚਾਹੋ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਤੇ ਬ੍ਰਿਜ ਮੋਹਨ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਅੱਛਾ ਜੀ, ਇਹ ਐਡਾ ਕੁ ਔਖਾ ਵਿਸ਼ਾ ਤੁਹਾਡੇ ਅਤੇ ਮੇਰੇ ਲਈ ਕਿ ਇੱਕ ਪਵਿੱਤਰ, ਬਹੁਤ ਹੀ ਪਵਿੱਤਰ ਜ਼ਿੰਦਗੀ ਦਾ ਬੰਧਨ, ਜਿੱਥੇ ਦੋ ਰੂਹਾਂ ਇਕੱਠੀਆਂ ਹੁੰਦੀਆਂ ਨੇ, ਧਾਰਮਿਕ ਆਸਥਾਵਾਂ ਜੁੜੀਆਂ ਨੇ, ਹਰ ਇੱਕ ਧਰਮ ਦੇ ਅਨੁਸਾਰ ਵਿਆਹ ਹੁੰਦੇ ਨੇ ਅਤੇ ਜ਼ਿੰਦਗੀ ਭਰ ਗੁਰੂ ਦੀ ਹਜ਼ੂਰੀ ਦੇ ਵਿੱਚ ਹੱਥ ਫੜ ਕੇ ਨਿਭਾਉਣ ਦੀ ਗੱਲ ਹੁੰਦੀ ਹੈ। ਅਤੇ ਪਰ ਇਮੀਗ੍ਰੇਸ਼ਨ, ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਲਈ ਮੈਰਿਜ ਫੈਕਟਰੀਜ਼ ਬਣ ਗਈਆਂ। ਪੰਜਾਬ ਦੇ ਵਿੱਚ ਬੈਂਕਟ ਹਾਲ ਇੱਕ ਮਾਲਵੇ ਦਾ ਬਹੁਤ ਹੀ ਬਦਨਾਮ ਹੋ ਗਿਆ ਅਤੇ ਉੱਥੇ ਦੇ ਜਿਹੜੀਆਂ ਫਾਈਲਾਂ ਰਿਜੈਕਟ ਹੋਣ ਲੱਗ ਗਈਆਂ। ਅਤੇ ਤੁਸੀਂ ਇਸ ਦੇ ਬਹੁਤ ਚਿਰਾਂ ਦੇ ਨੇੜੇ ਹੋ, ਕਿਉਂਕਿ ਵਕੀਲ ਦੇ ਤੌਰ 'ਤੇ ਇਮੀਗ੍ਰੇਸ਼ਨ ਦੇ ਕੇਸ ਤੁਸੀਂ ਨੇੜਿਓਂ ਦੇਖੇ ਹੋ। ਇਹਦੇ ਬਾਰੇ ਖੋਲ੍ਹ ਕੇ ਦੱਸੋ ਜੀ ਗੱਲ, ਇਹ ਕਿਵੇਂ ਵਿਗੜੀ, ਕਿਵੇਂ ਗੱਲ? ਹਰਜੀਤ ਜੀ, ਸਾਡਾ ਸਾਰਾ ਹੀ ਸਮਾਜ ਪਰਿਵਾਰਿਕ ਧਾਰਨਾ ਤੇ ਸਿਰਜਿਆ ਹੋਇਆ, ਜਿਸ ਦੀ ਸ਼ੁਰੂਆਤ ਹੁੰਦੀ ਹੈ ਵਿਆਹ ਨਾਲ। ਬਹੁਤ ਸਾਰੇ ਲੋਕ ਜੋ ਕੈਨੇਡਾ ਆਉਂਦੇ ਹਨ, ਆਪਣੇ ਜੀਵਨ ਸਾਥੀ ਨੂੰ ਲੱਭਣ ਅਤੇ ਉਹਨਾਂ ਨੂੰ ਆਪਣੇ ਨਾਲ ਕੈਨੇਡਾ ਲਿਆਉਣ ਲਈ ਭਾਰਤ ਵਾਪਸ ਚਲੇ ਜਾਂਦੇ ਹਨ। ਇਹ ਤਾਂ ਵਧੀਆ ਗੱਲ ਹੈ ਜੀ, ਔਰ ਇਹ ਕਾਫੀ ਦਹਾਕਿਆਂ ਤੋਂ ਹੁੰਦਾ ਆਇਆ। ਜਿਹੜੇ ਲੋਕ ਕੈਨੇਡਾ ਦੀ ਹਿਸਟਰੀ ਨੂੰ ਜਾਣਦੇ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ 100 ਸਾਲ ਪਹਿਲਾਂ ਇੱਥੇ ਆਏ ਕਿਸੇ ਵੀ ਪੰਜਾਬੀ ਨੂੰ ਆਪਣੀ ਪਤਨੀ ਨੂੰ ਕੈਨੇਡਾ ਲਿਆਉਣ ਦੀ ਆਗਿਆ ਨਹੀਂ ਸੀਗੀ ਜੀ, ਭਾਵੇਂ ਉਹ ਪਹਿਲਾਂ ਹੀ ਵਿਆਹਿਆ ਹੋਵੇ ਜਾਂ ਇੰਡੀਆ ਵਿੱਚ ਵਿਆਹ ਕਰਵਾਉਣ ਲਈ ਗਿਆ ਹੋਵੇ ਜੀ। ਅੱਜ ਦੀ ਗੱਲਬਾਤ ਦਾ ਮੁੱਖ ਕਾਰਨ ਇਹ ਹੈ, ਤਾਂ ਕਿ ਲੋਕਾਂ ਨੂੰ, ਤੁਹਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵੀ ਜਾਅਲੀ ਵਿਆਹ ਅਤੇ ਇਮੀਗ੍ਰੇਸ਼ਨ ਕਦੋਂ ਅਪਰਾਧਿਕ ਮਾਮਲੇ ਬਣ ਸਕਦੇ ਹਨ ਅਤੇ ਤੁਸੀਂ ਆਪਣੇ ਆਪ ਨੂੰ ਇਹਨਾਂ ਕਾਨੂੰਨੀ ਮੁਸ਼ਕਿਲਾਂ ਤੋਂ ਕਿਵੇਂ ਬਚਾ ਸਕਦੇ ਹੋ ਜੀ। ਅੱਛਾ ਜੀ, ਇੱਕ ਹੁਣ ਕੇਸਾਂ ਵੱਲ ਨੂੰ ਜਾਣਾ ਹੈ। ਤੁਸੀਂ ਕੁਝ ਸਾਲ ਪਹਿਲਾਂ ਕੇਸ 'ਤੇ ਕੰਮ ਕੀਤਾ। ਸਰੀ ਦੀ ਇੱਕ ਕੁੜੀ ਨੇ 3 ਜਣਿਆਂ ਨਾਲ ਵਿਆਹ ਕਰਾ ਲਿਆ ਸੀ। ਹਾਂਜੀ, ਪਿਛਲੇ 30 ਸਾਲਾਂ 'ਚ ਮੈਂ ਗੰਭੀਰ ਕਤਲ ਅਤੇ ਬਲਾਤਕਾਰ ਦੇ ਕਈ ਕੇਸ ਲੜੇ ਹਨ, ਪਰ ਇਹ ਇੱਕ ਅਜਿਹਾ ਨਵੇਕਲਿਆ ਜਿਹਾ ਕੇਸ ਸੀਗਾ ਜੀ। ਸਰੀ ਦੀ ਇੱਕ ਲੜਕੀ ਨੇ 3 ਆਦਮੀਆਂ ਨਾਲ ਵਿਆਹ ਕਰਵਾ ਕੇ ਉਹਨਾਂ ਨੂੰ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਸ ਉੱਤੇ ਇਲਜ਼ਾਮ ਸੀ ਕਿ ਸਰੀ ਵਿੱਚ ਉਸਨੇ 27 ਸਤੰਬਰ 2006 ਨੂੰ ਇੱਕ ਆਦਮੀ ਨਾਲ, ਡੈਲਟਾ ਵਿੱਚ 26 ਜਨਵਰੀ 2008 ਨੂੰ ਦੂਜੇ ਆਦਮੀ ਨਾਲ ਵਿਆਹ ਕਰਵਾਇਆ, ਜਦੋਂ ਕਿ ਉਹ ਪਹਿਲਾਂ ਇੱਕ ਤੀਜੇ ਆਦਮੀ ਨਾਲ ਆਲਰੇਡੀ ਵਿਆਹੀ ਹੋਈ ਸੀ ਜੀ। ਬਸ ਅਵੱਲੀ ਗੱਲ ਇਹ ਸੀ ਕਿ ਉਸਦਾ ਇੱਕ ਵਾਰ ਵੀ ਤਲਾਕ ਨਹੀਂ ਸੀ ਹੋਇਆ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਕੈਨੇਡਾ ਵਿੱਚ ਹਰ ਇੱਕ ਮੈਰਿਜ ਨੂੰ ਰਜਿਸਟਰ ਕਰਵਾਉਣਾ ਪੈਂਦਾ ਜੀ, ਅਤੇ ਜਲਦੀ ਉਸਨੂੰ ਫੜ ਲਿਆ ਗਿਆ ਅਤੇ ਉਹਦੇ ਤੇ ਚਾਰਜਸ ਠੋਕ ਦਿੱਤੇ ਗਏ ਜੀ। ਅੱਛਾ ਜੀ, ਤੇ ਉਹਦੇ ਤੇ ਦੋਸ਼ ਕੀ ਲੱਗੇ ਤੇ ਅਦਾਲਤ ਦਾ ਫੈਸਲਾ ਕੀ ਸੀ? ਉਸ ਤੇ ਪਹਿਲਾ ਵਿਆਹ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲੱਗੇ ਸਨ, ਜਿਹੜੇ ਦੋਵੇਂ ਹੀ ਕ੍ਰਿਮੀਨਲ ਲਾਅ ਦੇ ਅਧੀਨ ਸਨ, ਜਿਸ ਦਾ ਮਤਲਬ ਇਹ ਹੈ ਵੀ ਤੁਸੀਂ ਤਲਾਕ ਲਏ ਬਿਨਾਂ ਇੱਕ ਤੋਂ ਵੱਧ ਵਿਅਕਤੀਆਂ ਨਾਲ ਵਿਆਹ ਕਰਵਾ ਲੈਂਦੇ ਹੋ। ਉਸ ਤੇ ਇਮੀਗ੍ਰੇਸ਼ਨ ਲਾਅ ਤਹਿਤ ਇਮੀਗ੍ਰੇਸ਼ਨ ਕੈਨੇਡਾ ਨੂੰ ਝੂਠ ਬੋਲਣ ਦਾ ਦੋਸ਼ ਵੀ ਲਗਾਇਆ ਗਿਆ। ਮੈਂ ਜਿਵੇਂ ਕਿ ਤੁਹਾਨੂੰ ਪਤਾ ਵੀ ਮੈਂ ਹਮੇਸ਼ਾ ਹੀ ਜਿਊਰੀ ਟ੍ਰਾਇਲ 'ਚ ਵਿਸ਼ਵਾਸ ਕਰਦਾ। ਉਸ ਦਾ ਕੇਸ ਵੀ ਜਿਊਰੀ ਦੁਆਰਾ ਫੈਸਲਾ ਕੀਤੇ ਜਾਣ ਲਈ ਹਾਈ ਕੋਰਟ ਵਿੱਚ ਭੇਜਿਆ ਗਿਆ। ਫੈਸਲਾ ਕਰਨ ਦੀ ਨਿਰੰਤਰ ਕੰਟੀਨਿਊਸ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਿਊਰੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਫੈਸਲਾ ਕਰਨ ਦੇ ਬਿਲਕੁਲ ਵੀ ਸਮਰੱਥ ਨਹੀਂ। ਇਸ ਲਈ ਇਸ ਨੂੰ ਮਿਸ ਟ੍ਰਾਇਲ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੁਬਾਰਾ ਸਰਕਾਰੀ ਵਕੀਲ ਨੇ ਕੇਸ ਨੂੰ ਬੰਦ ਕਰਨਾ ਹੀ ਮੁਨਾਸਿਬ ਸਮਝਿਆ ਜੀ। ਅੱਛਾ ਜੀ, ਜਿਹਦੇ ਤੇ ਤੁਸੀਂ ਕੰਮ ਕੀਤਾ ਉਹ ਇੱਕ ਬੜਾ ਕਾਮਯਾਬ ਕੇਸ ਸੀ, ਤੇ ਸਰਕਾਰ ਫਿਰ ਇਹ ਕੇਸ ਹਾਰ ਕਿਵੇਂ ਗਈ? ਹਰਜੀਤ ਜੀ, ਮੈਂ ਕਈ ਵਾਰ ਤੁਹਾਡੇ ਮੰਚ ਤੇ ਆ ਕੇ ਗੱਲ ਕਹਿ ਚੁੱਕਿਆ ਕਿ ਵੀ ਜਿਹੜੇ ਡਿਫੈਂਸ ਵਕੀਲ ਆ ਉਹ ਕੇਸ ਜਿੱਤਦੇ ਨਹੀਂ, ਸਰਕਾਰਾਂ ਹਮੇਸ਼ਾ ਕੇਸ ਹਾਰਦੀਆਂ ਜੀ। ਹਾਲਾਂਕਿ ਸ਼ੁਰੂਆਤ 'ਚ ਕਈ ਕੇਸ ਮਜ਼ਬੂਤ ਜਾਪਦੇ ਹਨ, ਪਰ ਜਦ ਤੱਕ ਤੁਸੀਂ ਅਦਾਲਤ ਵਿੱਚ ਕੇਸ ਨਹੀਂ ਲੜਦੇ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੋਣ ਵਾਲਾ ਕੀ ਹੈ ਜੀ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਸਰਕਾਰ ਨੂੰ, ਅਦਾਲਤ ਨੂੰ ਯਕੀਨ ਦਿਵਾਉਣਾ ਪੈਂਦਾ, ਪਰ ਇਸ ਕੇਸ 'ਚ ਉਹ ਅਜਿਹਾ ਕਰਨ ਦੇ ਕਾਬਲ ਨਾ ਹੋ ਸਕੀ। ਇਸ ਮਾਮਲੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਹੋ ਸਕਦਾ ਜਿਊਰੀ ਨੂੰ ਪ੍ਰਭਾਵਿਤ ਕੀਤਾ ਹੋਵੇ। ਉਸਦੇ
ਪਹਿਲੇ ਪਤੀ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਉਸਨੂੰ ਕਿਹਾ ਸੀਗਾ ਕਿ ਵੀ ਉਹ ਉਸਨੂੰ ਤਲਾਕ ਦੇ ਦੇਵੇਗਾ, ਪਰ ਉਸਨੇ ਕਦੇ ਵੀ ਅਜਿਹਾ ਨਹੀਂ ਕੀਤਾ। ਅਦਾਲਤ ਨੇ ਵੀ ਸੁਣਿਆ ਕਿ ਹੋ ਸਕਦਾ ਹੈ ਕਿ ਅਪਰਾਧੀਆਂ ਨੇ ਉਸਨੂੰ ਪੈਸੇ ਦੇ ਕੇ ਲਾਲਚ ਲਈ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਹੋਵੇ ਜੀ। ਅੱਛਾ ਜੀ, ਕੋਈ ਸ਼ਰਨਾਰਥੀ ਆ ਕੇ ਇੱਕ PR ਨਾਲ ਵਿਆਹ ਕਰਾ ਲੈਂਦਾ, ਉਹ ਜਦੇ PR ਹੋ ਜਾਂਦਾ ਜੀ? ਹਰ ਕਿਸੇ ਨੂੰ ਇਹ ਜਾਣਨ ਦੀ ਲੋੜ ਹੈ ਕਿ ਕੈਨੇਡਾ 'ਚ ਸ਼ਰਨਾਰਥੀ ਦਰਜੇ ਭਾਵ ਰਿਫਿਊਜੀ ਸਟੇਟਸ ਦੀ ਘੋਸ਼ਣਾ ਕਰਨ ਨਾਲ ਤੁਸੀਂ ਆਪਣੇ ਆਪ ਹੀ PR ਦਾ ਦਰਜਾ ਨਹੀਂ ਮਿਲ ਜਾਂਦਾ ਜੀ ਤੁਹਾਨੂੰ। ਇਹ ਉਵੇਂ ਹੀ ਹੈ ਜੀ, ਜਿਵੇਂ ਤੁਸੀਂ ਕਿਸੇ PR ਜਾਂ ਸਿਟੀਜ਼ਨ ਨਾਲ ਵਿਆਹ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਪਰਮਾਨੈਂਟ ਰੈਜ਼ੀਡੈਂਟ ਦਾ ਰੁਤਬਾ ਨਹੀਂ ਮਿਲਦਾ, ਤੁਹਾਨੂੰ ਫਿਰ ਵੀ ਤੁਹਾਡੇ ਜੀਵਨ ਸਾਥੀ ਦੁਆਰਾ ਸਪਾਂਸਰ ਕੀਤਾ ਜਾਣਾ ਚਾਹੀਦਾ ਹੈ। ਵਿਆਹ ਰਾਹੀਂ ਪਰਮਾਨੈਂਟ ਰੈਜ਼ੀਡੈਂਟ ਬਣਨ ਲਈ ਕਿਸੇ ਵੀ PR ਅਰਜੀ ਲਈ ਸਾਰੀਆਂ ਆਮ ਚੀਜ਼ਾਂ ਲਾਗੂ ਹੁੰਦੀਆਂ, ਜਿਵੇਂ ਤੁਹਾਡਾ ਕ੍ਰਿਮੀਨਲ ਰੈਕਡ, ਤੁਹਾਡੀ ਸਿਹਤ, ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜੀ। ਇੱਕ ਵਾਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰ ਲੈਂਦੇ ਹੋ, ਫਿਰ ਤੁਸੀਂ ਸਿਟੀਜ਼ਨ ਬਣਨ ਦੇ ਰਸਤੇ 'ਤੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰ ਦਿੰਦੇ ਹੋ, ਅਤੇ ਫਿਰ ਕੋਈ ਵੀ ਤੁਹਾਡਾ ਬਾਲ ਬੀਂਗਾ ਨਹੀਂ ਕਰ ਸਕਦਾ ਅਨਲੈਸ ਐਂਡ ਅੰਟਿਲ ਤੁਸੀਂ ਨਾਗਰਿਕਤਾ ਪ੍ਰਾਪਤ ਕਰਨ ਲਈ ਕਿਸੇ ਖੋਟੀ ਜਾਣਕਾਰੀ ਦਾ ਪ੍ਰਯੋਗ ਨਹੀਂ ਕਰਦੇ ਜੀ। ਅੱਛਾ ਜੀ, ਜਿੰਮੀ ਸੰਧੂ ਇੱਕ ਸਾਡਾ ਇੱਥੇ ਲੋਕਲ ਮੁੰਡਾ ਜਿਹਦਾ ਫਰਵਰੀ 'ਚ ਥਾਈਲੈਂਡ 'ਚ ਕਤਲ ਹੋਇਆ, ਪਰ ਸੰਧੂ ਨੂੰ ਇੱਕ ਗੈਂਗਸਟਰ ਹੋਣ ਕਰਕੇ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ, ਪਰ ਉਹਨੂੰ ਵਾਪਸ ਭੇਜਣ ਤੋਂ ਪਹਿਲਾਂ ਇੱਕ ਕੈਨੇਡਾ ਜੰਮੀ ਪਲੀ ਔਰਤ ਨੇ ਉਹਨਾਂ ਨਾਲ ਵਿਆਹ ਕਰਵਾ ਲਿਆ, ਕੇਵਲ ਤੇ ਕੇਵਲ ਇਹ ਡਿਪੋਰਟੇਸ਼ਨ ਰੋਕਣ ਦੇ ਲਈ ਸੀ ਜਾਂ ਵਿਆਹ ਹੋਇਆ ਸੀ? ਖੈਰ ਇਹ ਤਾਂ ਸਿੱਧ ਨਹੀਂ ਆਪਾਂ ਕਰ ਸਕਦੇ, ਪਰ ਇਹਦਾ ਆਊਟਕਮ ਕੀ ਹੋਇਆ? ਉਹਨੂੰ ਦੇਸ਼ ਨਿਕਾਲਾ ਰੁਕ ਗਿਆ ਜੀ। 7 ਸਾਲ ਦੀ ਉਮਰ ਵਿੱਚ, 70 ਸਾਲਾਂ ਦਾ ਸੀ ਜਦੋਂ ਕੈਨੇਡਾ ਆਇਆ ਸੀ ਜੀ, ਪਰ ਉਸਨੇ ਕਦੇ ਵੀ ਆਪਣੀ ਸਿਟੀਜ਼ਨਸ਼ਿਪ ਪ੍ਰਾਪਤ ਨਹੀਂ ਕੀਤੀ। ਉਸ ਉੱਤੇ ਐਬਟਸਫੋਰਡ ਵਿੱਚ ਇੱਕ ਕਾਰ ਡੀਲਰਸ਼ਿਪ 'ਚ ਦਿਨ ਦਿਹਾੜੇ ਇੱਕ ਵਿਅਕਤੀ ਦਾ ਕਤਲ, ਗਲਾ ਵੱਢ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਪਰ ਉਹ ਦੋਸ਼ ਬਾਅਦ 'ਚ ਹਟਾ ਦਿੱਤੇ ਗਏ ਸਨ। ਪਰ ਉਸਨੂੰ ਕਰਜ਼ੇ ਸੰਬੰਧੀ ਝਗੜੇ 'ਚ ਇੱਕ ਗਰਭਵਤੀ ਔਰਤ ਨੂੰ ਹਥਿਆਰ ਨਾਲ ਹਮਲਾ ਕਰਨ ਅਤੇ ਕੁਝ ਹੋਰ ਦੋਸ਼ਾਂ ਕਾਰਨ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਗਿਆ ਸੀਗਾ ਜੀ। ਉਸਨੇ ਆਪਣੇ ਦੇਸ਼ ਨਿਕਾਲੇ ਦੇ ਹੁਕਮ ਵਿਰੁੱਧ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕੈਨੇਡੀਅਨ ਪਤਨੀ, ਜੋ ਕਿ ਐਡਮਿੰਟਨ ਵਿੱਚ ਵਕੀਲ ਬਣਨ ਦੀ ਪੜ੍ਹਾਈ ਕਰ ਰਹੀ ਸੀ, ਨੇ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਇਸ ਫੈਸਲੇ ਤੇ ਦੁਬਾਰਾ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। ਇਮੀਗ੍ਰੇਸ਼ਨ ਡਿਪਾਰਟਮੈਂਟ ਅਤੇ ਫੈਡਰਲ ਕੋਰਟ ਦੀਆਂ ਦੋਵੇਂ ਹੀ ਅਦਾਲਤਾਂ ਨੇ ਇਸ ਅਪੀਲ ਦੇ ਵਿਰੁੱਧ ਫੈਸਲਾ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਭਾਰਤ ਵਾਪਸ ਚਲੇ ਜਾਂਦਾ ਹੈ ਤਾਂ ਉਹ ਇਹ ਠੀਕ ਹੀ ਰਹੇਗਾ, ਪਰ ਉਹ ਵਿਆਹ ਦਾ ਸਿੰਪਥੀ ਦਾ ਹੱਕਦਾਰ ਨਹੀਂ ਹੈ। ਈਵਨ ਉਹਦੀ ਘਰਵਾਲੀ, ਇਹ ਕੁੜੀ ਜਿਹੜੀ ਕੈਨੇਡੀਅਨ ਲਾ ਸਕੂਲ ਦੀ ਵਿਦਿਆਰਥਣ ਸੀ, ਫਿਰ ਵੀ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੰਸੀਡਰ ਨਹੀਂ ਕੀਤਾ। ਗੰਭੀਰ ਅਪਰਾਧੀ ਹੋਣ ਦੇ ਬਾਵਜੂਦ ਵੀ ਕਈ ਇਹੋ ਜਿਹੇ ਕੇਸਿਸ ਹੁੰਦੇ ਆ ਜਿਨ੍ਹਾਂ 'ਚ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੋਕਿਆ ਜਾ ਸਕਦਾ ਜੀ। ਅਸੀਂ ਇਹੋ ਜਿਹੇ ਬਥੇਰੇ ਕੇਸ ਕੀਤੇ ਆ, ਪਰ ਦੇਸ਼ ਨਿਕਾਲੇ ਨੂੰ ਸਿਰਫ ਇਸ ਲਈ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਕਿਸੇ ਨੇ ਇੱਕ ਕੈਨੇਡੀਅਨ ਨਾਲ ਵਿਆਹ ਕਰਵਾਇਆ ਹੋਇਆ ਜੀ। ਅਦਾਲਤ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਹੁੰਦੀ ਵੀ ਕਿਸੇ ਅਪਰਾਧੀ ਨੇ ਕਾਨੂੰਨ ਦੇ ਵਿਦਿਆਰਥੀ ਨਾਲ ਵਿਆਹ ਕਰਵਾਇਆ ਹੋਏ ਜਾਂ ਕਿਸੇ ਬੇਰੁਜ਼ਗਾਰ ਨੇ ਜੀ। ਪਰ ਗੱਲ ਤਾਂ ਇਹ ਹੈ ਕਿ ਉਹ ਵਿਅਕਤੀ ਕੈਨੇਡਾ ਲਈ ਖਤਰਾ ਸਮਝਿਆ ਜਾ ਰਿਹਾ ਹੈ। ਇਸ ਕੇਸ ਵਿੱਚ ਦੇਸ਼ ਨਿਕਾਲੇ ਦਿੱਤੇ ਜਾਣ ਦੇ ਹੁਕਮਾਂ ਤੋਂ ਬਾਅਦ ਵੀ ਉਹ ਆਪਣੇ ਆਖਰੀ ਸਾਹ ਤੱਕ ਇੰਟਰਨੈਸ਼ਨਲ ਅਪਰਾਧੀ ਦੇ ਰੂਪ ਵਿੱਚ ਉਸਨੇ ਰਹਿੰਦਾ ਰਿਹਾ ਜੀ। ਪਿਛਲੇ 10 ਸਾਲਾਂ ਤੋਂ ਜਦ ਆਪਾਂ ਗੱਲ ਕਰਦੇ ਹਾਂ, ਹਰ ਇੱਕ ਟਾਕ ਸ਼ੋਅ ਦੇ ਵਿੱਚ ਤੁਸੀਂ ਇੱਕ ਗੱਲ ਸਦਾ ਕਰਦੇ ਹੋ, ਕਿਉਂਕਿ ਹੁੰਦਾ ਹੀ ਅਪਰਾਧਿਕ ਮਾਮਲਿਆਂ ਬਾਰੇ ਆ ਬਈ PR ਨਹੀਂ, ਸਿਟੀਜ਼ਨ ਲਾਓ, ਸਿਟੀਜ਼ਨ ਲਾਓ, ਸਿਟੀਜ਼ਨ ਲਾਓ। ਕਿਹੜੇ ਕੇਸ ਨੇ ਜਿਹਦੇ 'ਚ ਕਿਸੇ PR ਨੂੰ ਜਾਂ ਵਿਦਿਆਰਥੀ ਨੂੰ ਦੇਸ਼ ਨਿਕਾਲਾ ਹੋ ਸਕਦਾ? ਝੰਜਟ ਕਿਹੜੇ 'ਚ ਪੈ ਸਕਦੇ ਨੇ? ਕਿਹੜੇ ਕਾਰਨ ਨੇ ਉਹਦੇ? ਅਜੀਤ ਜੀ, ਮੈਂ ਇੱਕ ਤੁਹਾਡੇ ਨਾਲ ਸਾਂਝੀ ਗੱਲ ਕਰਨ ਲੱਗਿਆ। ਜਦ ਕਦੇ ਵੀ ਮੇਰੇ ਕੋਲ ਕੋਈ ਸੀਰੀਅਸ ਕੇਸ ਆਉਂਦਾ ਜੀ, ਚਾਹੇ ਉਹ ਕਤਲ ਦਾ, ਬਲਾਤਕਾਰ ਦਾ, ਡਰੱਗਸ ਦਾ, ਮੇਰਾ ਪਹਿਲਾ ਸਵਾਲ ਇਹ ਹੁੰਦਾ ਕਿ ਵੀ ਤੁਹਾਡਾ ਸਟੇਟਸ ਕੀ ਹੈ ਇਸ ਕੰਟਰੀ ਵਿੱਚ। ਜੇ ਬੰਦਾ ਕਹਿੰਦਾ ਸਿਟੀਜ਼ਨ ਆ ਤਾਂ ਮੈਨੂੰ ਸਾਹ ਆ ਜਾਂਦਾ ਵੀ ਚਲੋ ਐਟਲੀਸਟ ਡਿਪੋਰਟੇਸ਼ਨ ਦੀ ਪ੍ਰੋਬਲਮ ਨਾਲ ਡੀਲ ਨਹੀਂ ਕਰਨਾ ਪਊਗਾ। ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ PR ਕੇਵਲ ਉਦੋਂ ਹੀ ਮੁਸੀਬਤ ਵਿੱਚ ਫਸ ਸਕਦੇ ਹਨ ਜਦੋਂ ਉਹ ਗੰਭੀਰ ਅਪਰਾਧ ਦੀ ਲਪੇਟ 'ਚ ਆ ਜਾਂਦੇ ਹਨ। ਗੰਭੀਰ ਅਪਰਾਧ ਦੀ ਪਰਿਭਾਸ਼ਾ ਵੀ ਹੈਰਾਨੀਜਨਕ ਹੈ। ਸੀਰੀਅਸ ਕ੍ਰਾਈਮ ਕੋਈ ਵੀ ਅਜਿਹਾ ਅਪਰਾਧ ਹੈ ਜਿੱਥੇ ਕਿਸੇ ਵਿਅਕਤੀ ਨੂੰ 10 ਸਾਲ ਦੀ ਕੈਦ ਹੋ ਸਕਦੀ ਹੈ, ਭਾਵੇਂ ਉਹ ਇੱਕ ਦਿਨ ਲਈ ਵੀ ਜੇਲ੍ਹ ਨਾ ਗਿਆ ਹੋਵੇ। ਮਿਸਾਲ ਵਜੋਂ ਅਪਰਾਧਿਕ ਕਾਨੂੰਨ ਦੇ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣਾ ਜੀ।
ਇਸ ਲਈ ਜੇਕਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ੀ ਹੋ, ਭਾਵੇਂ ਕਿਸੇ ਨੂੰ ਸੱਟ ਚੋਟ ਨਾ ਵੀ ਲੱਗੀ ਹੋਵੇ, ਤੁਹਾਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਜਾ ਸਕਦਾ, ਭਾਵੇਂ ਤੁਸੀਂ ਜੇਲ੍ਹ ਵੀ ਨਹੀਂ ਗਏ। ਪਰ ਜੇਕਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਸੀਂ ਆਪਣੇ ਦੇਸ਼ ਨਿਕਾਲੇ ਦੇ ਇਸ ਹੁਕਮ ਵਿਰੁੱਧ ਅਪੀਲ ਕਰ ਸਕਦੇ ਹੋ ਜੀ। ਦੂਜਾ ਤਰੀਕਾ ਇਹ ਹੈ ਵੀ ਜੇਕਰ ਤੁਹਾਨੂੰ ਕਿਸੇ ਜੁਰਮ ਲਈ 6 ਮਹੀਨਿਆਂ ਤੋਂ ਵੱਧ ਦੀ ਸਜ਼ਾ ਹੋਈ ਹੈ ਅਤੇ ਇਸ ਵਿੱਚ ਅਸਲ ਖਤਰਾ ਇਹ ਹੈ ਵੀ ਤੁਸੀਂ ਦੇਸ਼ ਨਿਕਾਲੇ ਵਿਰੁੱਧ ਅਪੀਲ ਨਹੀਂ ਕਰ ਸਕਦੇ, ਭਾਵੇਂ ਤੁਸੀਂ PR ਵੀ ਹੋਵੋ। ਪਰ ਜਦੋਂ ਜਦ ਆਪਾਂ ਗੱਲਬਾਤ ਕਰੀਦੀ ਹੈ ਵਿਦਿਆਰਥੀ, ਵਰਕ ਪਰਮਿਟ ਵਾਲਿਆਂ ਦੀ, ਵਿਜ਼ਟਰ ਦੀ, ਉਹਨਾਂ ਨੂੰ ਤਾਂ ਮੰਨੋ ਚਾਹੇ ਨਾ, ਉਹਨਾਂ ਨੂੰ ਇੱਕ ਮਾਮੂਲੀ ਜਿਹੀ ਚਾਕਲੇਟ ਚੋਰੀ ਕਰਨ ਵਰਗੇ ਬਹੁਤ ਛੋਟੇ ਜਿਹੇ ਕ੍ਰਾਈਮ ਕਰਕੇ ਵੀ ਦੇਸ਼ ਚੋਂ ਕੱਢਿਆ ਜਾ ਸਕਦਾ ਹੈ। ਸੋ ਤੁਹਾਡੇ ਸਰੋਤਿਆਂ ਲਈ ਜੋ ਕਿ ਸਾਰੀ ਦੁਨੀਆ 'ਚ ਇਸ ਵੇਲੇ ਸੁਣ ਰਹੇ ਹਨ ਹਰਜੀਤ ਜੀ, ਉਹਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਜੇ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ, ਤੁਹਾਡਾ ਸਾਰਿਆਂ ਨਾਲੋਂ ਵੱਡੀ ਜਿਹੜੀ ਤੁਹਾਡੀ ਸੰਪੱਤੀ ਹੈ, ਤੁਹਾਡਾ ਐਸਟ ਹੈ, ਉਹ ਤੁਹਾਡੀ ਕੈਨੇਡੀਅਨ ਸਿਟੀਜ਼ਨ ਹੈ। ਜਦ ਵੀ ਤੁਹਾਡਾ ਟਾਈਮ ਪੂਰਾ ਹੋ ਜੇ, ਤੁਹਾਨੂੰ ਰਾਈਟ ਵੇ ਆਪਣੀ ਨਾਗਰਿਕਤਾ ਲਈ ਅਪਲਾਈ ਕਰਨਾ ਚਾਹੀਦਾ। ਖੁਦਾ ਨਾ ਖਾਸਤਾ ਬੇਅਣਜਾਣੇ 'ਚ ਵਿਦਾਊਟ ਐਨੀ ਇੰਟੈਂਟ ਜੇ ਕੋਈ ਤੁਹਾਡੇ ਤੋਂ ਗੱਲਬਾਤ ਹੋ ਜੇ ਤਾਂ ਤੁਹਾਨੂੰ ਕੈਨੇਡਾ 'ਚੋਂ ਬਾਹਰ ਕੱਢਣ ਦਾ ਜਿਹੜਾ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਜੀ। ਅੱਛਾ ਜੀ, ਚਾਕਲੇਟ ਚੋਰੀ ਕਰਨ ਤੇ ਦੇਸ਼ ਨਿਕਾਲਾ ਜੀ? ਮੰਨੋ ਜਾਂ ਨਾ, ਪਰ ਇਹ ਬਿਲਕੁਲ ਸਹੀ ਗੱਲ ਹੈ ਜੀ। ਸੀਰੀਅਸ ਕ੍ਰਾਈਮਸ ਲਈ ਪਰਮਾਨੈਂਟ ਰੈਜ਼ੀਡੈਂਟ ਨੂੰ ਦੇਸ਼ ਨਿਕਾਲਾ ਦਿੱਤਾ ਤਾਂ ਜਾ ਸਕਦਾ, ਪਰ ਕਈ ਵਾਰ ਅਪੀਲ ਵੀ ਕੀਤੀ ਜਾ ਸਕਦੀ ਹੈ। ਪਰ ਟੈਂਪਰੇਰੀ ਵੀਜ਼ੇ ਵਾਲੇ ਲੋਕਾਂ ਦੇ ਜਿਹੜੇ ਹੱਕ ਲੂਣ ਜੀ ਬਹੁਤ ਹੀ ਘੱਟ ਹੈ, ਸੀਮਤ ਹੈ ਜੀ। ਨਾਗਰਿਕਾਂ ਨੂੰ ਉਦੋਂ ਤੱਕ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਕਿ ਉਹ ਨਾਗਰਿਕਤਾ ਲੈਣ ਲਈ ਝੂਠ ਬੋਲਣ ਦੇ ਦੋਸ਼ੀ ਸਾਬਤ ਨਹੀਂ ਹੋ ਜਾਂਦੇ ਜੀ। ਇਹ ਤਾਂ ਵੀਜ਼ੇ ਅਤੇ ਅਪਰਾਧ ਦੀ ਕਿਸਮ ਤੇ ਨਿਰਭਰ ਕਰਦਾ ਜੀ। ਵੀਜ਼ੇ ਤੇ ਮੌਜੂਦ ਵਿਅਕਤੀ ਨੂੰ ਸਟੋਰ ਚੋਂ ਕੈਂਡੀ ਚੋਰੀ ਕਰਨ ਵਰਗੇ ਬਹੁਤ ਛੋਟੇ ਕ੍ਰਾਈਮ ਲਈ ਵੀ ਕੱਢਿਆ ਜਾ ਸਕਦਾ ਅਤੇ ਇਸ ਸੰਬੰਧੀ ਇਮੀਗ੍ਰੇਸ਼ਨ ਦੇ ਤਹਿਤ ਕਿਸੇ ਅਪੀਲ ਦੇ ਵੀ ਹੱਕਦਾਰ ਨਹੀਂ ਹਨ। ਪਰ ਫੈਡਰਲ ਅਦਾਲਤ 'ਚ ਇਸ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। ਇਸ ਲਈ ਇਸ ਤਰ੍ਹਾਂ ਦੀ ਮੁਸੀਬਤ ਸਮੇਂ ਆਪਣੇ ਜਿਹੜਾ ਵੀ ਤੁਹਾਡਾ ਆਪਣਾ ਪਰਸਨਲ ਵਕੀਲ ਆ ਉਹਦੇ ਨਾਲ ਜ਼ਰੂਰ ਗੱਲਬਾਤ ਕਰੋ ਜੀ। ਤੇ ਇੱਕ ਇਹ ਵੀ ਮੈਨੂੰ ਦੱਸਿਓ ਜੀ, ਵਿਆਹ ਰਾਹੀਂ ਕੈਨੇਡਾ 'ਚ ਇਹ ਬਹੁਤ ਸੌਖਾ ਲੋਕ ਸਮਝਦੇ, ਜਿਹੜਾ ਸਪੋਂਸਰ ਹੋਣਾ ਹੈ, ਜਿਹਨੇ ਕਰਨਾ ਹੈ, ਉਹ PR ਹੋਵੇ ਜਾਂ ਸਿਟੀਜ਼ਨ ਹੋਵੇ, ਕੋਈ ਫਰਕ ਪੈਂਦਾ ਜੀ ਕੇਸ ਤੇਜ਼ ਔਰ ਹੌਲੀ ਕਰਨ 'ਚ? ਇਸ ਦਾ ਸਧਾਰਨ ਜਵਾਬ ਹੈ ਨਹੀਂ ਜੀ। ਇਸ ਕਰਕੇ ਜ਼ਿਆਦਾਤਰ ਲੋਕ ਪਰਮਾਨੈਂਟ ਰੈਜ਼ੀਡੈਂਟ ਦਾ ਜਦ ਉਹਨਾਂ ਨੂੰ ਰੁਤਬਾ ਪ੍ਰਾਪਤ ਹੋ ਜਾਂਦਾ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਜੀ। ਅਸੀਂ ਇਹ ਵੀ ਜਾਣਦੇ ਹਾਂ ਕਿ ਕਾਨੂੰਨ ਦੀ ਉਲੰਘਣਾ ਕਰਨ ਕਾਰਨ ਜੇਲ੍ਹ ਤੋਂ ਇਲਾਵਾ ਹੋਰ ਮਾੜੇ ਨਤੀਜੇ ਵੀ ਹੋ ਸਕਦੇ ਹਨ ਜੀ। ਕੋਈ ਵੀ ਵਿਅਕਤੀ ਜੋ ਵਾਇਲੈਂਸ, ਹਿੰਸਾ ਦੇ ਗੰਭੀਰ ਅਪਰਾਧ ਜਾਂ ਜੀਵਨ ਸਾਥੀ ਵਿਰੁੱਧ ਹਿੰਸਾ ਦੇ ਕਿਸੇ ਵੀ ਅਪਰਾਧ ਲਈ ਦੋਸ਼ੀ ਪਾਇਆ ਜਾਂਦਾ, ਉਸ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਵੀ ਉਸਦੇ 5 ਸਾਲਾਂ ਤੱਕ ਕੈਨੇਡਾ ਵਿੱਚ ਕਿਸੇ ਨੂੰ ਸਪਾਂਸਰ ਕਰਨ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਜੀ। ਇਹ ਕਾਨੂੰਨ ਆਪਣੀ ਪੁਰਾਣੀ ਕੰਜ਼ਰਵੇਟਿਵ ਸਰਕਾਰ ਨੇ ਬਣਾਇਆ ਸੀਗਾ, ਜੋ ਨਹੀਂ ਸੀ ਚਾਹੁੰਦੇ ਕਿ ਕੋਈ ਅਪਰਾਧੀ ਪਤਨੀ ਦੀ ਕੁੱਟਮਾਰ ਕਰੇ ਅਤੇ ਜੇਕਰ ਉਹ ਛੱਡ ਜਾਵੇ ਤਾਂ ਉਹ ਨਵੀਂ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦੇਵੇ ਜੀ। ਅੱਛਾ, ਕਈ ਵਾਰ ਉਹ ਕਹਿੰਦੇ ਚੋਰ ਦੀ ਦਾੜੀ 'ਚ ਤਿਣਕਾ, ਇੱਕ ਸਾਡੀ ਅਖਾਣ ਹੈ, ਤੇ ਇਹੀ ਹੋਇਆ ਵੀ ਸਾਡੀ ਡਿਪਾਰਟਮੈਂਟ ਨੇ, ਕੈਨੇਡਾ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਪਤੀ ਤੇ ਪਤਨੀ ਨੂੰ ਸਪੋਂਸਰ ਵਾਲੇ ਜਿਹੜੇ ਝੂਠੇ ਕੰਮ ਸੀ 42 ਕੇਸ ਫੜ ਲਏ। ਕਾਰਨ 42 ਦੇ ਵਿੱਚ ਪ੍ਰਾਹੁਣੇ ਇੱਕੋ ਜਿਹੇ ਸੀ। ਹਾਂਜੀ, ਇਹ ਬੜਾ ਹਾਸੇ ਵਾਲਾ ਵੀ ਕੇਸ ਸੀ ਜੀ। ਜਦ ਮੈਨੂੰ ਇਮੀਗ੍ਰੇਸ਼ਨ ਕੈਨੇਡਾ ਨੇ ਸਾਰੀਆਂ ਫੋਟੋਆਂ ਦਿਖਾਈਆਂ, ਇਹ 42 ਦੇ 42 ਹੀ ਸਾਰੇ ਵਿਆਹ ਚੰਡੀਗੜ੍ਹ ਦੇ ਇੱਕ ਮੈਰਿਜ ਪੈਲੇਸ ਵਿੱਚ ਹੋਏ ਸੀਗੇ ਜੀ। ਇਮੀਗ੍ਰੇਸ਼ਨ ਕੈਨੇਡਾ ਨੇ ਦੇਖਿਆ ਕਿ 42 ਵਿਆਹਾਂ 'ਚ ਸ਼ਿਰਕਤ ਕਰਨ ਵਾਲੇ ਸਾਰੇ ਹੀ ਮਹਿਮਾਨ ਬਿਲਕੁਲ ਉਹੀ ਸਨ ਜੋ ਹਰ ਮੌਕੇ ਤੇ ਸ਼ਾਮਲ ਸਨ। ਅਜੀਤ ਜੀ, ਸਾਰਿਆਂ ਨਾਲੋਂ ਹਾਸੇ ਵਾਲੀ ਗੱਲ ਇਹ ਸੀਗੀ ਕਿ ਵੀ ਜਿਹੜੀਆਂ ਫੋਟੋਆਂ ਖਿੱਚੀਆਂ ਸੀ ਨਾ, ਜਿੱਥੇ ਬੰਦਾ ਖੜਾ ਉਸੇ ਜਗ੍ਹਾ ਤੇ ਉਸੇ ਸਪੌਟ ਤੇ 42 ਦੇ 42 ਵਿਆਹਾਂ 'ਚ ਉਹਦੀ ਸ਼ਮੂਲੀਅਤ ਸੀਗੀ ਜੀ। ਲੱਗਦਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਵਿਆਹ ਦੀ ਫੈਕਟਰੀ ਬਣਾ ਲਈ ਹੋਵੇ। ਨਤੀਜੇ ਵਜੋਂ ਸਾਰੀਆਂ 42 ਸਪਾਂਸਰਸ਼ਿਪ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਜੀ। ਸਮੱਸਿਆ ਇਹ ਹੈ ਜੀ, ਇਮੀਗ੍ਰੇਸ਼ਨ ਕੈਨੇਡਾ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਬਾਅਦ ਸਾਰੇ ਹੀ ਪੰਜਾਬੀਆਂ ਦੇ ਕੇਸਾਂ ਨੂੰ ਬਹੁਤ ਹੀ ਗੰਭੀਰ, ਬਰੀਕੀ ਤੇ ਨੀਝ ਲਾ ਕੇ ਦੇਖਦਾ ਅਤੇ ਇਸ ਕਾਰਨ ਕਰਕੇ ਜੋ ਵਿਆਹ ਅਸਲੀ ਤੇ ਇਮਾਨਦਾਰੀ ਨਾਲ ਹੋਏ ਹੁੰਦੇ ਹਨ, ਜੋ ਬਿਲਕੁਲ ਸੁੱਚੇ ਹਨ, ਉਹਨਾਂ ਲਈ ਵੀ ਇਹ ਬਹੁਤ ਮੁਸ਼ਕਿਲ ਪੈਦਾ ਕਰ ਦਿੰਦੇ ਹਨ ਜੀ। ਇਸ ਲਈ ਇਨਸਾਫ ਪ੍ਰਾਪਤ ਕਰਨਾ ਜੋ ਤੁਹਾਡਾ ਮਨੁੱਖੀ ਅਧਿਕਾਰ ਹੈ, ਉਸ ਲਈ ਕਿਸੇ ਵਧੀਆ ਤਜਰਬੇਕਾਰ ਵਕੀਲ ਨਾਲ ਜ਼ਰੂਰ ਰਾਬਤਾ ਕਾਇਮ ਕਰੋ ਜੀ। ਵਿਆਹ 'ਚ ਜਿਹੜਾ ਧੋਖਾ ਵਾਲਾ
ਚੱਕਰ ਜਦ ਪਤਾ ਲੱਗ ਜਾਵੇ, ਸਜ਼ਾਵਾਂ ਕੀ ਨੇ ਜੀ ਇਹਦੇ 'ਚ? ਕੈਨੇਡਾ 'ਚ ਜੀ ਵਿਆਹ ਦੀ ਧੋਖਾਧੜੀ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਆ ਜੀ, ਕਿਉਂਕਿ ਇਸ ਤੋਂ ਬੜਾ ਪੋਜੀਸ਼ਨ ਆਫ ਟਰਸਟ ਹੋ ਹੀ ਨਹੀਂ ਸਕਦਾ ਜੀ। ਇਸ ਤਰ੍ਹਾਂ ਦੇ ਕੇਸ 'ਚ ਦੋਸ਼ੀ ਪਾਏ ਜਾਣ ਤੇ ਕੈਨੇਡਾ 'ਚ ਇੱਕ ਵਿਅਕਤੀ ਨੂੰ 14 ਸਾਲ ਤੱਕ ਦੀ ਕੈਦ ਅਤੇ $1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਜੀ। ਦੂਜੇ ਦੇਸ਼ਾਂ 'ਚ ਰਹਿ ਰਹੇ ਵਸਨੀਕਾਂ ਲਈ ਹੋਰ ਸਜ਼ਾਵਾਂ ਵੀ ਹਨ। ਕੈਨੇਡਾ 'ਚ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਅਗਰ ਕੈਨੇਡਾ ਚਾਹਵੇ ਤਾਂ ਉਹਨਾਂ ਦਾ ਵੀਜ਼ਾ ਰੱਦ ਕਰ ਸਕਦਾ ਜੀ। ਕੈਨੇਡਾ ਉਹਨਾਂ ਦੀ 5 ਸਾਲ ਲਈ ਕੈਨੇਡਾ ਦੀ ਯਾਤਰਾ ਤੇ ਪਾਬੰਦੀ ਲਾ ਸਕਦਾ। ਉਹਨਾਂ ਨੂੰ ਜੇ ਇਨ ਕੇਸ ਉਹ ਸਪੋਜ਼ ਕਰੋ ਬਲੇਨ ਵਾਲਾ ਬਾਰਡਰ ਟੱਪ ਕੇ ਕੈਨੇਡਾ ਵਿੱਚ ਵੜ ਜਾਣ ਤਾਂ ਉਹਨਾਂ ਨੂੰ ਕੈਨੇਡਾ ਤੋਂ ਕੱਢਿਆ ਵੀ ਜਾ ਸਕਦਾ ਜੀ। ਅੱਛਾ, ਤੇ ਨਾਲ ਇਮੀਗ੍ਰੇਸ਼ਨ ਹੁਣ ਫਿਰ ਜੀ ਕਿਵੇਂ ਪਤਾ ਕਰਦੀ ਆ ਵੀ ਕਿਹੜਾ ਸਹੀ ਆ ਕਿਹੜਾ ਗਲਤ ਹੈ? ਇਹ ਤਾਂ ਕੰਮ ਔਖਾ ਹੋ ਗਿਆ ਬਹੁਤ ਜੀ। ਬਹੁਤ ਸਾਰੇ ਅਸਲ ਵਿਆਹ ਵਾਲੇ ਉਹਨਾਂ ਲੋਕਾਂ ਨੂੰ ਕਈ ਲੋਕ ਜਾਣਦੇ ਹੋਣਗੇ ਜਿਨ੍ਹਾਂ ਨੂੰ ਅਜੇ ਵੀ ਇਮੀਗ੍ਰੇਸ਼ਨ ਕੈਨੇਡਾ ਦੇ ਗਲਤ ਵਿਚਾਰਾਂ ਕਾਰਨ ਸਪਾਂਸਰ ਕਰਨ ਲਈ ਕਈ ਸਾਲ ਲੱਗ ਰਹੇ ਹਨ ਜਾਂ ਲੱਗੇ ਹੋਏ ਹਨ ਜੀ। ਮੈਰਿਜ ਸਰਟੀਫਿਕੇਟ ਅਤੇ ਵਿਆਹ ਦੀਆਂ ਐਲਬਮਾਂ ਵਰਗੀਆਂ ਚੀਜ਼ਾਂ ਜ਼ਿਆਦਾਤਰ ਲੋਕ ਜਾਣਦੇ ਹੀ ਹਨ, ਪਰ ਤਸਵੀਰਾਂ ਵਿੱਚ ਕੌਣ ਹੈ? ਜੇਕਰ ਕੋਈ ਪਰਿਵਾਰਿਕ ਮੈਂਬਰ ਤਸਵੀਰਾਂ ਸ਼ਾਮਲ ਨਹੀਂ ਹੈ ਤਾਂ ਇਹ ਵੀ ਇੱਕ ਚੇਤਾਵਨੀ ਦਾ ਚਿੰਨ੍ਹ ਹੈ ਜੀ, ਜਿਹਨੂੰ ਪੰਜਾਬੀ 'ਚ ਆਪਾਂ ਆਖੀਦਾ ਵੀ ਖਤਰੇ ਦਾ ਘੁੱਗੂ ਬੋਲ ਜਾਣ ਵਾਲੀ ਗੱਲ ਜੀ। ਕਿ ਰਾਤ ਦੇ ਖਾਣੇ ਤੋਂ ਬਾਅਦ ਕੋਈ ਰਿਸੈਪਸ਼ਨ ਪਾਰਟੀ ਸੀ ਜਾਂ ਕਿ ਹਰ ਮਹਿਮਾਨ ਘਰੋਂ ਘਰੀ ਚਲਾ ਗਿਆ? ਕੀ ਕੀਤੀ ਗਈ ਰਿਸੈਪਸ਼ਨ ਪਾਰਟੀ ਕਿਸੇ ਹਾਲ 'ਚ ਸੀ ਜਾਂ ਕਿਸੇ ਦੇ ਪ੍ਰਾਈਵੇਟ ਰੈਜ਼ੀਡੈਂਸ ਸੀ? ਪਰ ਇਮੀਗ੍ਰੇਸ਼ਨ ਕੈਨੇਡਾ ਇਸ ਗੱਲ ਨੂੰ ਬਹੁਤ ਹੀ ਨਜ਼ਦੀਕੀ ਨਾਲ ਦੇਖਦਾ ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। ਉਹ ਇਹ ਹੈ ਕਿ ਵਿਆਹੇ ਗਏ ਵਿਅਕਤੀ ਇੱਕ ਦੂਜੇ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਦੀ ਆਪਸ 'ਚ ਜਦ ਵਿਆਹ ਨੂੰ ਦੋ ਰੂਹਾਂ ਦਾ ਜਿਵੇਂ ਤੁਸੀਂ ਦੱਸਿਆ ਵੀ ਮਿਲਣ ਹੁੰਦਾ ਵੀ ਇੱਕ ਦੂਜੇ ਦੀ ਜਾਣਕਾਰੀ ਉਹਨਾਂ ਨੂੰ ਕਿੰਨੀ ਕੁ ਹੈ ਜੀ। ਅੱਛਾ, ਇਹ ਵੀ ਅਗਲੀ ਗੱਲ ਆਪਾਂ ਕਰੀਏ ਕਿ ਜੋ ਕੋਈ ਵਿਆਹ ਕਰਨ ਭਾਰਤ ਜਾ ਰਿਹਾ ਤਾਂ ਫਿਰ ਹੁਣ ਉਹਨੂੰ ਕਿਵੇਂ ਆਪਾਂ ਕਹਾਂਗੇ ਵੀ ਨਹੀਂ ਅਸੀਂ ਸਾਡਾ ਧੋਖੇ ਵਾਲਾ ਨਹੀਂ, ਸਾਡਾ ਇਹ ਸੱਚ ਹੈ ਜੀ? ਕਿੱਥੇ ਲਿਜਾ ਕੇ ਮੋਹਨ ਜੀ ਸਾਨੂੰ ਖੜਾ ਦਿੱਤਾ ਤੇ ਇਹ ਸਾਨੂੰ ਪ੍ਰੂਵ ਕਰਨਾ ਪੈਂਦਾ ਵੀ ਵਿਆਹ ਸੱਚਾ ਸਾਡਾ? ਇਮੀਗ੍ਰੇਸ਼ਨ ਕੈਨੇਡਾ ਦਾ ਕਹਿਣਾ ਹੈ ਕਿ ਵਾਰਨਿੰਗ ਦੇ ਇਹਨਾਂ ਸਾਇੰਸ ਬਾਰੇ ਜ਼ਰੂਰ ਧਿਆਨ ਰੱਖੋ ਜੀ। ਜਿਸ ਨੂੰ ਤੁਸੀਂ ਆਪਣਾ ਜੀਵਨ ਦਾ ਸਾਥੀ ਬਣਾਉਣਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਹੁਣੇ ਤਾਜ਼ੇ ਮਿਲੇ ਹੋ। ਉਹ ਜਿਹੜਾ ਜੀਵਨ ਸਾਥੀ ਬਣਨਾ ਚਾਹੁੰਦਾ ਉਹ ਤੁਹਾਡੇ ਨਾਲ ਵਿਆਹ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦਾ। ਉਸ ਬੰਦੇ ਦਾ ਵਿਆਹ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ। ਉਹਨਾਂ ਨੇ ਤੁਹਾਡੇ ਨਾਲ ਆਪਣੇ ਪਿਛੋਕੜ ਜਾਂ ਪਰਿਵਾਰ ਬਾਰੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ। ਜਿੰਨੇ ਕੁ ਮੈਂ ਕੇਸਿਸ ਕੀਤੇ ਆ ਜੀ ਪਿਛਲੇ 3 ਦਹਾਕਿਆਂ ਤੋਂ, ਉਹਨਾਂ 'ਚ ਇਹਦਾ ਨਿਚੋੜ ਕੱਢ ਕੇ ਮੈਂ ਤੁਹਾਨੂੰ ਦੱਸਿਆ ਜੀ। ਅੱਛਾ, ਇੱਕ ਹੋਰ ਇਹ 'ਚ ਗੱਲ ਐਪਲੀਕੇਸ਼ਨ ਦੀ, ਮੈਂ 97 ਦੀ ਮੇਰੇ ਗੱਲ ਯਾਦ ਹੈ, ਫੈਮਿਲੀ ਟਰੀ ਤੁਹਾਨੂੰ ਭਰਨਾ ਪੈਂਦਾ ਜੀ ਜਦ ਐਪਲੀਕੇਸ਼ਨ ਕੀਤੀ ਵੀ ਮੇਰੇ ਕਿੰਨੇ ਭੈਣ ਭਾਈ ਕਿੰਨੇ ਮੇਰੇ ਮਾਪੇ, ਅਤੇ ਉਹ ਕਈ ਵਾਰ ਤੁਸੀਂ ਭੁੱਲ ਜਾਂਦੇ ਹੋ, ਕਈ ਵਾਰ ਤੁਸੀਂ ਕੋਸ਼ਿਸ਼ ਕਰਦੇ ਹੋ ਵੀ 20 ਸਾਲਾਂ ਬਾਅਦ ਵੀ ਨਹੀਂ ਸਾਡਾ ਤਾਂ ਇੱਕ ਭਾਈ ਹੋਰ ਰਹਿ ਗਿਆ ਸੀ ਪਿੱਛੇ, ਉਹ ਫੜ ਲੈਂਦੇ ਨੇ। ਸੋ ਐਪਲੀਕੇਸ਼ਨ ਦੇ ਵਿੱਚ ਸੱਚ ਸਿਰਫ ਸੱਚ ਅਤੇ ਸੱਚ ਅਤੇ ਸਿਰਫ ਸੱਚ ਉਹ ਬੋਲਣ ਦੀ ਜਿਹੜੀ ਗੱਲ ਹੈ, ਇਹਦੇ ਬਾਰੇ ਜੇ ਤੁਸੀਂ ਤੁਹਾਡੇ ਇੱਥੋਂ ਸਪੋਂਸਰ ਆ ਤੁਹਾਡੀ ਘਰਵਾਲੀ ਜਾਂ ਘਰ ਵਾਲਾ, ਉਹਨੇ ਐਪਲੀਕੇਸ਼ਨ ਸਹੀ ਕੀਤੀ ਆ, ਦੂਜੇ ਬੰਨੇ ਜਿਹੜੀ ਤੁਸੀਂ ਐਪਲੀਕੇਸ਼ਨ ਪੰਜਾਬ ਤੋਂ ਕੀਤੀ ਆ ਉਹ ਗਲਤ ਕੀਤੀ ਆ ਜਾਂ ਕਿਤੇ ਵੀ ਦੁਨੀਆ ਤੋਂ, ਦੋਨਾਂ ਦੇ ਵਿੱਚ ਜੇ ਫਰਕ ਹੋ ਜਾਵੇ ਫਿਰ ਸਜ਼ਾ ਕਿਹਨੂੰ ਮਿਲਦੀ ਹੈ ਜੀ? ਹਰੀ ਜੀ, ਇਮੀਗ੍ਰੇਸ਼ਨ ਦਾ ਸਾਰਾ ਕਾਰੋਬਾਰ ਸੱਚਾਈ ਦੇ ਆਧਾਰ ਤੇ ਚੱਲਦਾ ਜੀ। ਮੌਜੂਦਾ ਕਾਨੂੰਨ ਮੁਤਾਬਿਕ ਜੇਕਰ ਕੋਈ ਇਮੀਗ੍ਰੇਸ਼ਨ ਕੈਨੇਡਾ ਨੂੰ ਕਿਸੇ ਵੀ ਵੱਡੇ ਜਾਂ ਛੋਟੇ ਮਾਮਲੇ ਸੰਬੰਧੀ ਝੂਠ ਬੋਲਦਾ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਭਿਣਕ ਪੈ ਜਾਂਦੀ ਹੈ ਤਾਂ ਹਰ ਉਸ ਵਿਅਕਤੀ ਨੂੰ ਕੈਨੇਡਾ ਛੱਡਣਾ ਪਊਗਾ ਜਿਸ ਨੂੰ ਉਸਨੇ ਸਪਾਂਸਰ ਕੀਤਾ ਹੋਵੇ ਜੀ। ਫॉर ਐਗਜ਼ਾਮਪਲ, ਜੇਕਰ ਮਿਸਟਰ ਏ ਕੈਨੇਡਾ ਆ ਕੇ ਝੂਠ ਬੋਲਦਾ ਕਿ ਉਹ ਕਦੇ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਨਹੀਂ ਰਿਹਾ, ਪਰ ਦਰਅਸਲ 'ਚ ਉਹ ਪੁਲਿਸ ਦੀ ਨੌਕਰੀ ਕਰਦਾ ਰਿਹਾ ਅਤੇ ਬਾਅਦ 'ਚ ਮਿਸਟਰ ਏ ਨੇ ਆਪਣੀ ਪਤਨੀ ਨੂੰ ਸਪਾਂਸਰ ਕੀਤਾ, ਉਸ ਤੋਂ ਬਾਅਦ ਉਸਦੀ ਪਤਨੀ ਨੇ ਆਪਣੇ ਪੇਰੈਂਟਸ ਨੂੰ ਸਪਾਂਸਰ ਕੀਤਾ ਅਤੇ ਬਾਅਦ 'ਚ ਝੂਠ ਸਾਹਮਣੇ ਆ ਗਿਆ ਜੀ। ਅੱਛਾ, ਇਸ ਤਰ੍ਹਾਂ ਦੇ ਕੇਸ 'ਚ ਸੱਚਾਈ ਸਾਹਮਣੇ ਆਉਣ ਉਪਰੰਤ ਹਰ ਉਹ ਵਿਅਕਤੀ ਜਿਸ ਨੂੰ ਮਿਸਟਰ ਏ ਨੇ ਸਪਾਂਸਰ ਕੀਤਾ ਹੈ, ਉਸਦੀ ਪਤਨੀ ਦੇ ਮਾਤਾ ਪਿਤਾ, ਹਰ ਉਹ ਵਿਅਕਤੀ ਜੋ ਉਸਦੇ ਦੁਆਰਾ ਆਇਆ ਹੈ, ਉਸਦਾ ਝੂਠ ਸਾਹਮਣੇ ਆ ਜਾਂਦਾ ਜੀ। ਉਸ
ਹਰ ਵਿਅਕਤੀ ਨੂੰ ਕੈਨੇਡਾ ਛੱਡ ਕੇ ਜਾਣਾ ਪਵੇਗਾ। ਜਿਸ ਨੂੰ ਮਿਸਟਰ ਏ ਨੇ ਸਪਾਂਸਰ ਕੀਤਾ ਸੀ, ਉਸ ਹਰ ਵਿਅਕਤੀ ਨੂੰ ਕੈਨੇਡਾ ਛੱਡਣਾ ਪਵੇਗਾ ਜੋ ਮਿਸਟਰ ਏ ਰਾਹੀਂ ਕੈਨੇਡਾ ਆਇਆ ਸੀ। ਤੁਸੀਂ ਆਪ ਦੱਸੋ, ਭਲਾ ਉਸ ਦੀ ਪਤਨੀ ਦੇ ਪੇਰੈਂਟਸ ਦਾ ਕੀ ਕਸੂਰ ਸੀਗਾ? ਝੂਠ ਤਾਂ ਮਿਸਟਰ ਏ ਨੇ ਬੋਲਿਆ ਸੀ, ਬਾਕੀ ਲੋਕ ਤਾਂ ਬਿਲਕੁਲ ਬੇਕਸੂਰ ਸਨ। ਉਹਨਾਂ ਨੂੰ ਕੁਝ ਪਤਾ ਨਹੀਂ ਸੀ, ਪਰ ਇਸ ਦਾ ਇਮੀਗ੍ਰੇਸ਼ਨ ਕੈਨੇਡਾ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਬੋਟਮ ਲਾਈਨ ਇਹ ਹੈ ਵੀ ਜਦ ਵੀ ਤੁਸੀਂ ਆਪਣੀ ਇਮੀਗ੍ਰੇਸ਼ਨ ਦੀ ਕੋਈ ਵੀ ਐਪਲੀਕੇਸ਼ਨ ਦੇਣੀ ਹੈ, ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਦੇਣੀ ਹੈ, ਉਹਦੇ ਉੱਪਰ ਬਿਲਕੁਲ ਸੱਚ ਬੋਲੋ। ਸੱਚਾਈ ਦੇ ਆਧਾਰ ਤੇ ਤੁਹਾਨੂੰ ਕੋਈ ਵੀ ਹਿਲਾ ਨਹੀਂ ਸਕਦਾ ਜੀ। ਇਹਦੇ ਕੀਤੇ ਸਪਾਂਸਰਸ ਜਦ ਫੜ ਲਿਆ ਇਹ ਤਾਂ ਉਹ ਸਪਾਂਸਰ ਤਾਂ ਭੇਜ ਦੇਣਗੇ, ਜੇ ਇਸੇ ਦੌਰਾਨ ਉਹ ਸਪਾਂਸਰ ਸਿਟੀਜ਼ਨ ਹੋ ਜਾਣ ਜਾਂ ਇਸ ਜੋੜੇ ਦੇ ਬੱਚੇ ਇੱਥੇ ਜੰਮੇ ਹੋਣ, ਉਹ ਸਿਟੀਜ਼ਨ ਹੋਣ, ਉਹਨਾਂ ਨੂੰ ਵੀ ਭੇਜ ਦੇਣਗੇ ਜੀ। ਖੋਟ ਤਾਂ ਖੋਟ ਹੀ ਹੈ ਜੀ। ਚਾਹੇ ਉਹਨੂੰ ਆਪਾਂ ਜਿੰਨਾ ਮਰਜ਼ੀ ਵਰਕ ਲਾ ਕੇ ਸਜਾਈ ਜਾਈਏ। ਸੋ ਪਰ ਉੱਥੇ ਉਸ ਵੇਲੇ ਇਨਫੈਕਟ ਗਿੱਲ ਸਾਹਿਬ ਧੰਨਵਾਦ, ਤੁਸੀਂ ਮੈਨੂੰ ਕੁਐਸਚਨ ਪੁੱਛਿਆ, ਗੁੱਡ ਕੁਐਸਚਨ। ਜਦ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੇ ਜਿਹੜੇ ਅਖਤਿਆਰ ਹੈ ਚੇਂਜ ਹੋ ਜਾਂਦੇ ਹੈ। ਉਸ ਤੋਂ ਬਾਅਦ ਤੁਸੀਂ ਫੈਡਰਲ ਕੋਰਟ ਵਿੱਚ ਜਾ ਕੇ ਆਪਣੇ ਲਾਇਰ ਰਾਹੀਂ ਆਪਣਾ ਕੇਸ ਲੜ ਸਕਦੇ ਹੋ ਜੀ। ਓਕੇ, ਅੱਛਾ ਜੀ। ਅਤੇ ਜਿਹੜਾ ਮੁੜ ਕੇ ਤੁਸੀਂ ਕਹਿ ਰਹੇ ਹੋ ਸਿਟੀਜ਼ਨ ਹੋ ਜਾਓ, ਸਿਟੀਜ਼ਨ ਹੋ ਜਾਓ, ਛੇਤੀ ਤੋਂ ਛੇਤੀ ਸਿਟੀਜ਼ਨ ਹੋ, ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਸਿਟੀਜ਼ਨ ਹੋਣੋਂ ਰੋਕਦੀਆਂ ਨੇ? ਜ਼ਿਆਦਾਤਰ ਲੋਕ ਜਾਣਦੇ ਹਨ ਕਿ ਕ੍ਰਿਮੀਨਲ ਰੈਕਡ ਨਾਲ ਤੁਹਾਡੀ ਸਿਟੀਜ਼ਨਸ਼ਿਪ ਪ੍ਰਾਪਤ ਕਰਨ 'ਚ ਸਮੱਸਿਆ ਆ ਸਕਦੀ ਹੈ ਜੀ। ਪਰ ਜੇਕਰ ਤੁਹਾਡੇ 'ਤੇ ਦੋਸ਼ ਹੀ ਲਗਾਇਆ ਗਿਆ ਅਤੇ ਤੁਸੀਂ ਆਪਣੇ ਅਦਾਲਤੀ ਫੈਸਲੇ ਦੀ ਹਜੇ ਉਡੀਕ ਹੀ ਕਰ ਰਹੇ ਹੋ, ਤਾਂ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਨੂੰ ਉਦੋਂ ਤੱਕ ਰੋਕ ਦਿੱਤਾ ਜਾਊਗਾ ਜਦੋਂ ਤੱਕ ਤੁਹਾਡੇ ਕ੍ਰਿਮੀਨਲ ਕੇਸ ਦਾ ਨਿਪਟਾਰਾ ਨਹੀਂ ਹੋ ਜਾਂਦਾ ਜੀ। ਇਮੀਗ੍ਰੇਸ਼ਨ ਕੈਨੇਡਾ ਲਈ ਕਿਸੇ ਵੀ ਕਿਸਮ ਦਾ ਝੂਠ, ਇੱਥੋਂ ਤੱਕ ਕਿ ਇੱਕ ਛੋਟਾ ਜਿਹਾ ਬਾਰੀਕ ਝੂਠ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਜੀ। ਬਹੁਤ ਸਾਰੇ ਲੋਕਾਂ ਨੂੰ ਤਾਂ ਅੰਗਰੇਜ਼ੀ ਭਾਸ਼ਾ ਦੇ ਟੈਸਟ ਨਾਲ ਵੀ ਸਮੱਸਿਆਵਾਂ ਹੁੰਦੀਆਂ ਹਨ ਅਤੇ ਉਹ ਇਸ ਨੂੰ ਵੀ ਨਸਲਵਾਦੀ ਗਰਦਾਨਦੇ ਹਨ ਜੀ। ਤੇ ਆਖਰੀ ਕੁਛ ਅਖੀਰ ਦੇ ਵਿੱਚ ਕੋਈ ਸਵਾਲ ਮੈਂ ਨਾ ਪੁੱਛਿਆ ਹੋਵੇ ਵਕੀਲ ਸਾਹਿਬ? ਹਰਜੀਤ ਜੀ, ਇਹ ਦੇਸ਼ ਇਮੀਗ੍ਰੈਂਟਸ ਦਾ ਦੇਸ਼ ਹੈ। ਇੱਥੋਂ ਤੱਕ ਕਿ ਇੱਥੇ ਦੇ ਸਾਰੇ ਗੋਰੇ ਲੋਕ ਵੀ ਕਦੇ ਨਾ ਕਦੇ ਇਮੀਗ੍ਰੈਂਟਸ ਹਨ, ਪਰ ਤੁਹਾਨੂੰ ਆਪਣੇ ਹੱਕਾਂ ਲਈ ਆਪ ਲੜਨਾ ਪਊਗਾ। ਭਾਵੇਂ ਕੋਈ ਅਮਰੀਕਾ 'ਚ ਪੈਦਾ ਹੋਇਆ, ਭਾਰਤ 'ਚ ਰਹਿੰਦਾ, ਅਸੀਂ ਸਾਰੇ ਮਨੁੱਖ ਹਾਂ ਅਤੇ ਸਾਡੇ 'ਚ ਮਤਭੇਦਾਂ ਤੋਂ ਇਲਾਵਾ ਸਾਡੀਆਂ ਜਿਹੜੀਆਂ ਸਮਾਨਤਾਵਾਂ, ਕਾਮਨੈਲਿਟੀਜ਼ ਉਹ ਬਹੁਤ ਜ਼ਿਆਦਾ ਜੀ। ਜੇਕਰ ਤੁਹਾਡੇ ਨਾਲ ਇਮੀਗ੍ਰੇਸ਼ਨ ਕੈਨੇਡਾ ਜਾਂ ਪੁਲਿਸ ਦੁਆਰਾ ਗਲਤ ਵਿਵਹਾਰ ਕੀਤਾ ਗਿਆ ਤਾਂ ਕਾਨੂੰਨ ਤੁਹਾਡੀ ਰੱਖਿਆ ਕਰੇਗਾ ਹੀ ਕਰੇਗਾ, ਭਾਵੇਂ ਤੁਸੀਂ ਵਿਦਿਆਰਥੀ ਹੋ, ਪਰਮਾਨੈਂਟ ਰੈਜ਼ੀਡੈਂਟ ਹੋ ਜਾਂ ਨਾਗਰਿਕ ਹੋ। ਇਨਸਾਫ ਸਾਡੇ ਸਭ ਲਈ ਹੈ, ਇਹ ਕਿਸੇ ਖਾਸ ਅਮੀਰ ਲੋਕਾਂ ਦੀ ਜਗੀਰ ਨਹੀਂ। ਆਖਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਵੀ ਜਦ ਵੀ ਤੁਹਾਡਾ ਇਮੀਗ੍ਰੇਸ਼ਨ ਆਪਣਾ ਰੈਜ਼ੀਡੈਂਸੀ ਦੀਆਂ ਰਿਕੁਆਇਰਮੈਂਟਸ ਪੂਰੀਆਂ ਹੁੰਦੀਆਂ, ਸਿਟੀਜ਼ਨਸ਼ਿਪ ਦੀਆਂ ਰਿਕੁਆਇਰਮੈਂਟਸ ਪੂਰੀਆਂ ਹੁੰਦੀਆਂ, ਆਪਣੀ ਸਿਟੀਜ਼ਨਸ਼ਿਪ ਜ਼ਰੂਰ ਲਓ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ 'ਤੇ bridgemohan.com 'ਤੇ ਪਤਾ ਕਰ ਸਕਦੇ ਹੋ। ਉਹਦੇ ਉੱਪਰ ਅਸੀਂ ਜਿਹੜੇ ਪਿਛਲੇ ਆਲਮੋਸਟ 30 ਸਾਲਾਂ 'ਚ ਵੱਡੇ ਕੇਸ ਲੜੇ ਹੈ, ਉਹ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ। ਆਖਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਬਣ ਲਓ ਵੀ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ ਜੀ। ਕ੍ਰਿਮੀਨਲ ਲਾਅ, ਕਾਰ ਐਕਸੀਡੈਂਟ ਦੇ ਕੇਸਿਸ ਦੇ ਨਾਲ ਨਾਲ ਹੁਣ ਅਸੀਂ ਇਮੀਗ੍ਰੇਸ਼ਨ ਦੇ ਸਾਰੇ ਬਹੁਤ ਡਿਫੀਕਲਟ ਮੈਟਰਸ ਲੈਣੇ ਸ਼ੁਰੂ ਕਰ ਦਿੱਤੇ ਹੈ। ਤੁਸੀਂ ਆਪਣੇ ਕਿਸੇ ਵੀ ਇਮੀਗ੍ਰੇਸ਼ਨ ਮਾਮਲੇ ਲਈ ਜਦ ਮਰਜ਼ੀ ਸਾਨੂੰ ਫੋਨ ਕਾਲ ਕਰ ਸਕਦੇ ਹੋ, ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋਂ ਦਿਮਾਗ, ਆਪਣੇ ਜ਼ਹਿਨ 'ਚ ਇੱਕ ਗੱਲ ਬਿਠਾ ਲਓ, 1 call, that's all। ਸਾਡਾ ਫੋਨ ਨੰਬਰ ਹੈ ਜੀ 6045980988, 604-598-0988। ਬਹੁਤ ਗਿੱਲ ਸਾਹਿਬ, ਤੁਹਾਡਾ ਧੰਨਵਾਦ। ਧੰਨਵਾਦ ਜੀ ਵਕੀਲ ਸਾਹਿਬ, ਤੁਹਾਡਾ ਬਹੁਤ ਬਹੁਤ।